ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸ਼੍ਰੀ ਰਾਗ ਬਾਣੀ ਭਗਤ ਰਵਿਦਾਸ ਜੀ ਕੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ, ਤੁਮ ਜੋ ਨਾਇਕ ਆਛੋ ਅੰਤਰਜਾਮੀ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਸਰੀਰ ਅਰਾਧੈ ਮੋਹ ਕੋ ਵਿਚਾਰ ਦੇਹੁ, ਰਵਿਦਾਸ ਸਮਦਲ ਸਮਝਾਵੇ ਕੇਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਇਮਾਨ ਬਹੁਤ ਹੀ ਆਦਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦ ਆਲਸ ਆਦਿ ਦਾ ਤਰਕ ਤਿਆਗ ਕਰਕੇ ਬਾਕਾਇਦਾ
ਸਰਦੀ ਦਾ ਮੌਸਮ ਦਾ ਮੁਕਾਬਲਾ ਕਰਦਿਆਂ ਹੋਇਆਂ ਗੁਰੂ ਦਰਬਾਰ ਪਹੁੰਚ ਕੇ ਆਪ ਜੀ ਜਿੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਿਆਂ ਸੀਸ ਪਾਵਨ ਕੀਤਾ ਹੈ, ਉੱਥੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸਾਧ ਸੰਗਤ, 14 ਫਰਵਰੀ ਨੂੰ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦਾ ਜਨਮ ਦਿਨ ਆ ਰਿਹਾ ਹੈ ਔਰ ਉਸ ਸੰਬੰਧ ਵਿੱਚ ਇਹ ਇੱਕ ਸ਼ਲਾਘਾਯੋਗ ਉੱਦਮ ਹੈ। ਇਸ ਅਸਥਾਨ 'ਤੇ ਜੋ ਸੰਗਤਾਂ ਦੇ ਨੁਮਾਇੰਦੇ ਪ੍ਰਬੰਧਕ ਸਾਹਿਬਾਨ ਨੇ, ਉਹ ਜਿੱਥੇ 10 ਗੁਰੂ ਸਾਹਿਬਾਨ ਦੇ ਪਾਵਨ ਪ੍ਰਕਾਸ਼ ਉਤਸਵ ਮਨਾਉਂਦੇ ਨੇ, ਉੱਥੇ ਨਾਲ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੂਪਣ ਹੈ, ਉਹਨਾਂ ਦੇ ਜਨਮ ਦਿਹਾੜਿਆਂ ਦੇ ਨਜ਼ਦੀਕ ਜਾ ਕੇ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਕਿ ਉਹਨਾਂ ਦੀ ਵਿਚਾਰ, ਉਹਨਾਂ ਦੀ ਬਾਣੀ ਦੀ ਕਥਾ ਵਿਚਾਰ ਸੰਗਤ ਵਿੱਚ ਐਕਸਪਲੇਨ ਕੀਤੀ ਜਾਏ। ਤੋ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਇਹ ਇੱਕ ਨਵੇਕਲਾ ਉੱਦਮ ਹੈ ਔਰ ਅਤਿਅੰਤ ਸ਼ਲਾਘਾਯੋਗ ਹੈ। ਤੋ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦਿਆਂ ਵੀ ਅੱਜ 16 ਜਨਵਰੀ ਤੋਂ ਲੈ ਕੇ 16 ਫਰਵਰੀ ਤੱਕ ਲਗਾਤਾਰ ਭਗਤ ਰਵਿਦਾਸ ਸਾਹਿਬ ਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਨੇ, ਇਹਨਾਂ ਦੀ ਕਥਾ ਵਿਚਾਰ ਹੋਵੇਗੀ। ਦਿਨ 32-31 ਬਣਦੇ ਨੇ, ਸ਼ਬਦ 40 ਨੇ। ਇਸ ਵਾਸਤੇ ਜਿਹੜੇ ਛੋਟੇ ਆਕਾਰ ਦੇ ਸ਼ਬਦ ਨੇ ਉਹ ਇੱਕ ਦਿਨ ਵਿੱਚ 2 ਕੀਤੇ ਜਾਣਗੇ ਔਰ ਜਿਹੜੇ ਥੋੜ੍ਹੇ ਲੰਬੇਰੇ ਆਕਾਰ ਦੇ ਸ਼ਬਦ ਨੇ ਉਹ ਇੱਕ ਦਿਨ ਵਿੱਚ ਇੱਕ ਹੀ ਕੀਤਾ ਜਾਏਗਾ। ਟਰਮ ਬਾਈ ਟਰਮ ਜਿਨ੍ਹਾਂ ਵਿਦਵਾਨਾਂ ਨੂੰ ਕਮੇਟੀ ਨੇ ਹਾਇਰ ਕੀਤਾ ਹੈ ਇਸ ਉਚੇਚੇ ਪ੍ਰੋਗਰਾਮ 'ਤੇ, ਹੋਰ ਵੀ ਬਾਹਰੋਂ ਕਈਆਂ ਵਿਦਵਾਨਾਂ ਨੂੰ ਹਾਇਰ ਕੀਤਾ ਗਿਆ ਜਿਹੜੇ ਗਾਹੇ ਬਗਾਹੇ ਆਪ ਜੀ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਆਖਿਆ ਨਾਲ ਜੋੜਨਗੇ। ਤੋ ਸਾਧ ਸੰਗਤ, ਅੱਜ ਅਸੀਂ ਭਗਤ ਰਵਿਦਾਸ ਜੀ ਦਾ ਸ੍ਰੀ ਰਾਗ ਦਾ ਸ਼ਬਦ ਤੋਹੀ ਮੋਹੀ ਮੋਹੀ ਤੋਹੀ ਅਤੇ ਗੌੜੀ ਰਾਗ ਦਾ ਸ਼ਬਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ ਰਾਮ ਗੁਸਈਆਂ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਹੋ ਰਵਿਦਾਸ ਪਰੋਂ ਤੇਰੀ ਸ਼ਾਂਭਾ ਬੇਗ ਮਿਲੋ ਜਨ ਕਰ ਨਾ ਬਿਨਾਂਭਾ। ਇਹਨਾਂ 2 ਸ਼ਬਦਾਂ ਦੀ ਸੰਖੇਪ ਵਿਆਖਿਆ ਆਪ ਜੀ ਦੇ ਚਰਨਾਂ ਵਿੱਚ ਦਾਸ ਰੱਖੇਗਾ। ਅੱਗੋਂ ਜਿਵੇਂ ਕ੍ਰਮਵਾਰ ਵਿਦਵਾਨਾਂ ਦੀ ਟਰਮ ਆਵੇਗੀ ਉਹ ਆਪ ਜੀ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਦੀ ਵਿਆਖਿਆ ਨਾਲ ਜੋੜਨਗੇ। ਇਸ ਤੋਂ ਪਹਿਲਾਂ ਦਾਸ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰੇ ਆਓ। ਰੋਜ਼ਾਨਾ ਦੀ ਤਰ੍ਹਾਂ ਸਤ ਸੰਗਤ ਜੀ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਪਿਆਰ ਭਿੱਜ ਖੁੱਭ ਕੇ ਇਕੱਠੇ ਹੋ ਕੇ ਕਰੋ ਉਚਾਰਨ ਅਤੇ ਆਖੋ ਜੀ ਸਤਨਾਮ ਸ੍ਰੀ। ਭਗਤ ਰਵਿਦਾਸ ਜੀ ਦਾ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਆਪ ਜੀ ਨੇ ਦਾਸ ਕੋਲੋਂ ਹੁਣੇ ਪਾਠ ਵੀ ਸਰਵਣ ਕੀਤਾ ਹੈ, ਉਦੋਂ ਅਗੇਤਾ ਗੁਰਮੁਖ ਪਿਆਰਿਆਂ ਨੇ ਉਸੇ ਪਵਿੱਤਰ ਸ਼ਬਦ ਦਾ ਕੀਰਤਨ ਵੀ ਕੀਤਾ ਹੈ। ਕਿਉਂਕਿ ਲਗਾਤਾਰ ਰੂਟੀਨ ਚੱਲੇਗੀ, ਜਿਸ ਸ਼ਬਦ ਦੀ ਵਿਆਖਿਆ ਹੋਣੀ ਹੈ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਵੇਲੇ ਉਸੇ ਸ਼ਬਦ ਦਾ ਕੀਰਤਨ ਵੀ ਹੋਇਆ ਕਰੇਗਾ, ਤਾਂ ਕਿ ਉਹ ਸ਼ਬਦ ਚੰਗੀ ਤਰ੍ਹਾਂ ਪ੍ਰਚੰਡ ਹੋ ਜਾਏ ਔਰ ਹਰਾਮ ਖਾਸ ਦੇ ਉਹ ਸਮਝ ਗੋਚਰੇ ਹੋ ਸਕੇ। ਵਿਚਾਰਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿਦਵਾਨਾਂ ਅਨੁਸਾਰ, ਜਿਹਦੇ ਵਿੱਚ ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਭਾਵ ਜਾਂ ਸਿੱਟਾ ਹੁੰਦਾ ਹੈ, ਉਸ ਦਾ ਪਾਠ ਹੈ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। हे अनंत अकाल पुरख वाहिगुरू जी, ये तो ठीक है कि तुसी पतित पावन हो। सत संगत, पतित शब्द जिहड़ा है, पप्पा तत्ते नु हुशियारी तत्ता,
ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਮਹਾਨ ਕੋਸ਼ ਕੱਢ ਕੇ ਦੇਖੋ ਵੀ ਪਤਤ ਦੇ ਅਰਥ ਕੀ ਨੇ, ਕਿਉਂਕਿ ਸਾਡੀ ਕੌਮ ਵਿੱਚ ਇਹ ਸ਼ਬਦ ਕਈ ਵਾਰ ਦਿਹਾੜੀ 'ਚ ਵਰਤਿਆ ਜਾਂਦਾ ਹੈ। ਫਲਾਣਾ ਸਿੱਖ, ਉਹਦੇ ਕੋਲੋਂ ਫਲਾਂ ਬਜਰ ਕਰੈਤ ਹੋ ਗਈ ਹੈ, ਉਹ ਪਤਤ ਹੋ ਗਿਆ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਇਹ ਪਤਤ ਸ਼ਬਦ ਸਿੱਖੀਜ਼ਮ ਵਿੱਚ ਬੜਾ ਵਰਤਿਆ ਜਾਂਦਾ, ਲਿਖਿਆ ਜਾਂਦਾ, ਬੋਲਿਆ ਜਾਂਦਾ। ਇਸ ਵਾਸਤੇ ਮੈਂ ਇਹਦੇ ਅੱਖਰੀ ਅਰਥ ਆਪ ਜੀ ਦੀ ਨਜ਼ਰ ਕਰ ਦੇਣਾ ਚਾਹੁੰਦਾ। ਪਤਿਤ ਸ਼ਬਦ ਜਿਹੜਾ ਹੈ, ਤੁਸੀਂ ਇਨਸਾਈਕਲੋਪੀਡੀਆ ਚੱਕੋ, ਤੇ ਜਦੋਂ ਸਿੱਖੀਜ਼ਮ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਪਤਤ ਸ਼ਬਦ ਉਦੋਂ ਵੀ ਵਰਤਿਆ ਜਾਂਦਾ ਸੀ। ਪਰ ਉਦੋਂ ਕਿਸ ਸੈਂਸ ਵਿੱਚ ਵਰਤਿਆ ਜਾਂਦਾ ਸੀ? ਕਿਸੇ ਚੀਜ਼ ਦਾ ਉੱਚੀ ਜਗ੍ਹਾ ਤੋਂ ਨੀਵੀਂ ਜਗ੍ਹਾ ਤੇ ਡਿੱਗਣ ਦੀ ਕਿਰਿਆ। ਮੰਨ ਲਿਆ ਕਿਸੇ ਪੱਥਰ ਨੂੰ ਤੁਸੀਂ 10 ਫੁੱਟ ਦੀ ਉਚਾਈ ਤੋਂ ਹੇਠਾਂ ਡੇਗਦੇ ਹੋ ਤੇ ਉਹ ਪੱਥਰ ਪਤਤ ਹੋ ਗਿਆ, ਥੱਲੇ ਡਿੱਗ ਪਿਆ। ਤੋ ਸਾਡੇ ਇਸ ਕੌਮ ਦੇ ਵਿੱਚ ਜਦੋਂ 4 ਬਜ਼ਰ ਕੁਰੈਤਾਂ ਚੋਂ ਕੋਈ ਇੱਕ ਜਾਂ ਇੱਕ ਤੋਂ ਜ਼ਿਆਦਾ ਕਰਦਾ ਹੈ, ਉਹਨੂੰ ਅਸੀਂ ਕਹਿੰਦੇ ਆ ਪਤਤ। ਕਿਉਂ? ਕਿਉਂਕਿ ਉਹ ਰਹਿਤ ਬਹਿਤ ਵਿੱਚ ਰਹਿ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਬੜੀਆਂ ਉੱਚੀਆਂ ਆਤਮਕ ਉਡਾਰੀਆਂ ਮਾਰ ਰਿਹਾ ਸੀ। ਅਚਾਨਕ ਕਾਮ ਨਾਲ ਐਕਸੀਡੈਂਟ ਹੋ ਗਿਆ, ਕਿਸੇ ਹੋਰ ਬਜ਼ਰ ਕੁਰੈਤ ਨਾਲ ਐਕਸੀਡੈਂਟ ਹੋ ਗਿਆ, ਉਹ ਸਿੱਖ ਦੀ ਉੱਚੀ ਉਡਾਰੀ ਰਹਿੰਦੀ ਗਈ ਔਰ ਉਹ ਥੱਲੇ ਡਿੱਗ ਪਿਆ। ਇਸ ਲਈ ਇੱਥੇ ਪਤਤ ਸ਼ਬਦ ਵਰਤਿਆ ਗਿਆ, ਭਾਵ ਉਚਾਈ ਤੋਂ ਹੇਠਾਂ ਡਿੱਗਣਾ, ਪਤਤ ਹੋ ਜਾਣਾ। ਤੋ ਪ੍ਰਮਾਤਮਾ ਬਾਰੇ ਇਹ ਉਹਦੇ ਬੇਅੰਤ ਗੁਣਾਂ ਵਿੱਚੋਂ ਇੱਕ ਗੁਣ ਇਹ ਵੀ ਹੈ ਵੀ ਜੇ ਕੋਈ ਪਤਤ ਹੋ ਜਾਏ ਤੇ ਪ੍ਰਮਾਤਮਾ ਉਹਨੂੰ ਦੁਬਾਰਾ ਪਾਵਨ ਕਰ ਸਕਦਾ ਹੈ, ਦੁਬਾਰਾ ਪਵਿੱਤਰ ਕਰ ਸਕਦਾ ਹੈ। ਪ੍ਰਮਾਤਮਾ ਦਾ ਨਾਮ ਪਤਿਤਾਂ ਨੂੰ ਪਾਵਨ ਕਰਨ ਦੇ ਸਮਰੱਥ ਹੈ। ਭਗਤ ਰਵਿਦਾਸ ਸਾਹਿਬ ਮਹਾਰਾਜ ਵਿਚਾਰਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਨੇ ਤੇ ਫਰਮਾਨ ਕਰ ਰਹੇ ਨੇ ਵੀ ਹੈ ਪ੍ਰਮਾਤਮਾ, ਇਹ ਤੇ ਬਿਲਕੁਲ ਦਰੁਸਤ ਹੈ ਕਿ ਤੁਸੀਂ ਪਤਿਤ ਪਾਵਨ ਹੋ, ਤੁਸੀਂ ਡਿੱਗਿਆ ਹੋਇਆਂ ਨੂੰ ਉਠਾਉਣ ਵਾਲੇ ਹੋ, ਤੁਸੀਂ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲੇ ਹੋ, ਤੁਸੀਂ ਬਦਾਂ ਨੂੰ ਨੇਕ ਬਣਾਉਣ ਵਾਲੇ ਹੋ। ਬਿਲਕੁਲ ਠੀਕ ਹੈ ਕਿ ਤੁਸੀਂ ਪਤਿਤ ਪਾਵਨ ਹੋ, ਪਰ ਇੱਕ ਮੇਰੀ ਵਿਚਾਰ ਵੀ ਸੁਣੋ। ਕਹਿਣ ਲੱਗੇ ਭਗਤ ਜੀ ਤੁਸੀਂ ਵੀ ਸੁਣਾਓ। ਕਹਿਣ ਲੱਗੇ ਪਤਿਤ ਪਾਵਨ ਤੁਹਾਡਾ ਬਿਰਦ ਹੈ, ਪਰ ਮੈਂ ਕਹਿੰਦਾ ਜੋ ਪੈ ਹਮ ਨਾ ਪਾਪ ਕਰੰਤਾ। ਮੈਂ ਪਤਿਤ ਹੋਇਆ ਪਾਪ ਕਰਕੇ, ਪਾਪ ਕੀਤਾ ਤੇ ਪਤਿਤ ਹੋਇਆ। ਮੈਂ ਪਤਿਤ ਹੋਇਆ ਤੇ ਤੈਨੂੰ ਪਤਿਤ ਪਾਵਨ ਅਖਵਾਉਣ ਦਾ ਸਬਬ ਮਿਲਿਆ। ਜੇ ਮੈਂ ਪਤਿਤ ਹੀ ਨਾ ਹੁੰਦਾ ਤੇ ਤੈਨੂੰ ਪਤਿਤ ਪਾਵਨ ਕਿਹਨੇ ਕਹਿਣਾ ਸੀ? ਜਿਸ ਤਰ੍ਹਾਂ ਹਨੇਰੇ ਦਾ ਚਾਨਣ ਨਾਲ ਸੰਬੰਧ ਹੈ ਨਾ ਗੁਰਮੁਖੋ, ਵਿਦਿਆ ਦਾ ਅਨਪੜ੍ਹ ਦਾ ਵਿਦਿਆ ਨਾਲ ਸੰਬੰਧ ਹੈ। ਕਹਿੰਦੇ ਨੇ ਕੋਈ ਅਧਿਆਪਕ ਕਿਸੇ ਅਨਪੜ੍ਹ ਨਾਲ ਲੜ ਰਿਹਾ ਸੀ। ਜ਼ਾਹਿਲ ਲੋਕ, ਅਨਪੜ੍ਹ ਲੋਕ, ਮੂਰਖ ਲੋਕ, ਅਕਲ ਹੈ ਨਹੀਂ, ਇੱਦਾਂ ਹੈ ਉੱਦਾਂ ਹੈ, ਕਾਫੀ ਝਿੜਕ ਚੰਬ ਕਰ ਰਿਹਾ ਸੀ ਅਨਪੜ੍ਹ ਦੀ। ਤੇ ਇੱਕ ਸਿਆਣਾ ਕੋਲ ਆ ਕੇ ਅਧਿਆਪਕ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ, ਮਾਸਟਰ ਜੀ ਇਹਨੂੰ ਇੰਨਾ ਨਾ ਝਿੜਕੋ, ਕਿਉਂਕਿ ਇਹ ਅਨਪੜ੍ਹ ਹੈ ਤੇ ਪੜ੍ਹਾਈ ਦੀ ਕਦਰ ਹੈ। ਜੇ ਅਨਪੜ੍ਹ ਨਾ ਹੋਣ ਤੇ ਪੜ੍ਹਿਆ ਲਿਖਿਆ ਨੂੰ ਕੌਣ ਪੁੱਛੇ? ਕੋਈ ਅਨਪੜ੍ਹ ਸਕੂਲ ਵਿੱਚ ਜਾਂਦਾ ਹੈ ਤੇ ਅਧਿਆਪਕ ਨੂੰ ਉਹਨੂੰ ਪੜ੍ਹਾਉਣ ਦਾ ਮੌਕਾ ਮਿਲਦਾ ਹੈ। ਹਨੇਰਾ ਨਾ ਹੋਵੇ ਤੇ ਬਾਜ਼ਾਰ ਵਿੱਚੋਂ ਲਾਟੂ ਵਿਕਣੇ ਬੰਦ ਹੋ ਜਾਣ, ਭੁੱਖ ਨਾ ਹੋਵੇ ਤੇ ਅਨਾਜ ਵਿਕਣਾ ਬੰਦ ਹੋ ਜਾਏ। ਇਸ ਵਾਸਤੇ ਮਾਸਟਰ ਜੀ ਇੰਨੇ ਨਾਰਾਜ਼ ਨਾ ਹੋਵੋ, ਇਹ ਅਨਪੜ੍ਹ ਹੈ ਤੇ ਤਾਂ ਤੁਹਾਨੂੰ ਲੋਕ ਮਾਸਟਰ ਜੀ ਕਹਿੰਦੇ ਨੇ, ਅਧਿਆਪਕ ਕਹਿੰਦੇ ਨੇ, ਪਾਂਡਾ ਕਹਿੰਦੇ ਨੇ। ਜੇ ਇਹ ਅਨਪੜ੍ਹ ਨਾ ਹੁੰਦਾ ਤੇ ਤੁਹਾਨੂੰ ਵੀ ਕਿਸੇ ਨਹੀਂ ਸੀ ਪੁੱਛਣਾ। ਇਸ ਵਾਸਤੇ ਇਹਨਾਂ ਗੁੱਸਾ ਨਾ ਕਰੋ। ਭਗਤ ਰਵਿਦਾਸ ਜੀ ਇਸ ਪਿਆਰ ਵਿੱਚ ਆ ਕੇ ਕਹਿੰਦੇ ਨੇ, ਪਰਮਾਤਮਾ ਤੂੰ ਪਤਿਤ ਪਾਵਨ ਹੈ, ਅਸੀਂ ਪਤਿਤ ਹੋਏ ਤੇ ਤੂੰ ਪਤਿਤ ਪਾਵਨ ਅਖਵਾਉਣ ਦਾ ਤੈਨੂੰ ਮੌਕਾ ਮਿਲਿਆ। ਪਤਿਤ ਪਾਵਨ ਜੋ ਪੈ ਹਮ ਨਾ ਪਾਪ ਕਰੰਤਾ। हे परमात्मा जे मैं पाप ही ना करदा, अहे अनंता, हे परमात्मा पतित पावन नाम कैसे हुंदा। तेनू लोकां ने पतता नू पावन करन वाले नहीं सी आखना। वाकई परमात्मा पतता नू पावन करदा है। कई बारी पतत पापी अपराधी डर जाता है, बई मैं तो बड़े पाप कीते ने,
और मैं इतने पाप कीते ने बई मेरे ते बख्शे जाण दी कोई उम्मीद नहीं। फिर बाणीकार सानू ढांडस देंदे ने ते कहिंदे ने नहीं, भावें पतत किड्डा ही वड्डा होवे, परमात्मा दा नाम वड्डे तो वड्डे पततां नूं भी पावन कर दिंदा है। मैं दो एक उदाहरणां गुरबाणी ते गुरबाणी दीयां व्याख्या प्रणालियां चों तुहाडी नज़र करां। भगत रविदास साहब महाराज परमात्मा नूं पतत पावन कह के प्यार नाल कहिंदे ने असीं पतत होए ते तुहानूं पतत पावन अखवाण दा सबब बणिया। समत बख्शो महाराज। ते भगत नामदेव साहब दा इस संदर्भ विच एक बचन आउंदा है। आप जी फरमान करदे ने, देवा पाहन तारीअले, हे परमात्मा मैं सुनिया है तुसी ते पत्थरां नूं तार देंदे हो। इस वास्ते राम कहत जन कस ना तरे। ये किवें हो सकता है भी कोई परमात्मा दा नाम जपे ते वो वकारां नूं पार ना कर सके, वकारां नूं तार ना सके। ये पक्की गल है भी जे कोई बंदगी करे, नाम जपे ते वो पतत तो पावन हो जाता है, वकारां नूं पार कर जाता है। देवा पाहन तारीअले, राम कहत जन कस ना तरे, तारीले गनका। महाराज तुसी गनका नूं तारिया, बिन रूप कुबजा। ये श्री कृष्ण दी समकाली सी। तुसी कुबजा नूं तारिया जिहड़ी बड़ी करूप सी, सुंदर नहीं सी। तारीले गनका बिन रूप कुबजा, ब्याद अजामल तारीअले। तुसी अजामल पापी जग जाने, निमख माहे निस्तारा। अजामल पापी नूं भी तार दिता। आखन लगे देवा पाहन तारीअले, राम कहत जन कस ना तरे, तारी ले गनका बिन रूप कुबजा, ब्याद अजामल तारीअले। चरण बदक जन तेऊ मुक्त पए। चरण बदक श्री कृष्ण का जिहड़ा अंत है वो एक बदक ने उन्हां दे चरण विच तीर मारिया सी। कहिंदे ने भी श्री कृष्ण दे चरण दी जिहड़ी तली है उत्थे क्या बात है पदम दा निशान हुंदा ते जदों वो आराम करदे ते एक लत्त नूं बैंड करके इकट्ठी करके ते दूसरी जिहड़ी है उहदे उत्ते टिका देंदे ते फलसरूप तली सीधी हो जाती। इशारे मात्र भाई गुरदास जी ने जिक्र भी किया है। जाए सुता विबास विच गोडे उत्ते पैर पसारे, चरण कमल विच पद्म है झिल मिल चमके वांगी तारे। बदक आया भालदा मिर्गै जान, बाण लै मारै। दर्शन डिठो उस जाए कै, करन पलाव करे पुकारे। गल विच लीता कृष्ण जी, अवगण कीते हार ना चितारे। कहंदे ने हिरन दी अख दा भलेखा खा के उन्हें श्री कृष्ण दे चरण नूं निशाना बनाया, निशाना वज गया और उन्हां दे अंत दा कारण बनिया। जख्मी हो गए। इन्हें सोचा हिरन डिग पिया, करीब गया वेख्या ते श्री कृष्ण खून विच लथपथ पए ने। बड़ा तरला लिया, महाराज मेथों ते बड़ा वड्डा गुनाह हो गया, भलेखे नाल हिरन दी अख समझ के मैं तीर मारिया है, महाराज मैं बख्शिया जाऊंगा। ते कहंदे ने श्री कृष्ण कहन लगे तू बख्शिया नहीं जाएगा बल्कि तू बख्शिया गया है। ये एग्जाम्पल दिती है बाणीकारा ने भी चरण बदक, चरण विच तीर मारन वाला वो बदक, वो शिकारी वो भी तर गया। उन्हें भी तो पाप किया ना। श्री कृष्ण वर्गे पैगंबर नूं कतल करना पाप नहीं तो होर की है, साधारण बंदे दा कतल भी पाप है। उदाहरण दे के भगत नामदेव साहब कहते हैं चरण बदक जन तेऊ मुकत पै, हों बल बल जिन राम कहे। दासी सुत जन बिदर सुदामा, उगर सैन को राज दिए। तुसी महाराज दासी दा पुत्र बिदर उगर सैन किनू किनू ना तारिया, बड़िया पत्तां नूं तुसी पावन कीता। एक थां ते आप जी ये भी कहिंदे ने कौन को कलंक रहो राम नाम लेत ही। कोई एक विश्व विच बंदा विखा दिओ जिन्हें बंदगी कीती होवे, नाम जपिया होवे, बाणी पढ़ी होवे
ਤੇ ਉਹ ਕਵੇ ਵੀ ਮੇਰਾ ਕਲੰਕ ਅਜੇ ਨਹੀਂ ਲੱਥਾ। ਉਹ ਕਹਿੰਦੇ ਨੇ ਐਸਾ ਨਹੀਂ ਹੋ ਸਕਦਾ ਵੀ ਕੋਈ ਨਾਮ ਜਪੇ ਤੇ ਕਲੰਕ ਲੱਗਾ ਰਹਿ ਜਾਏ। ਨਾਮ ਜਪਣ ਨਾਲ ਕਲੰਕ ਰਹਿੰਦਾ ਹੀ ਕੋਈ ਨਹੀਂਗਾ, ਕਲੰਕ ਉਤਰ ਜਾਂਦਾ ਹੈ। ਕੌਣ ਕੋ ਕਲੰਕ ਰਹੇ ਉਹ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਪਰਮਾਤਮਾ ਦਾ ਨਾਮ ਲੈਂਦਿਆਂ ਸਾਰੀ ਜਿਹੜੇ ਪਤਤ ਨੇ ਉਹ ਪਵਿੱਤਰ ਹੋ ਜਾਂਦੇ ਨੇ। ਸਤ ਸੰਗਤ ਇਸ ਵਾਸਤੇ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ। हे परमात्मा, ਜੇ ਮੈਂ ਪਾਪ ਕਰਕੇ ਪਤਿਤ ਨਾ ਹੁੰਦਾ, ਜੇ ਮੈਂ ਪਾਪੀ ਨਾ ਹੁੰਦਾ ਤੇ ਪਤਿਤ ਪਾਵਨ ਨਾਮ ਕੈਸੇ ਹੁੰਦਾ। ਤੈਨੂੰ ਕਿਸੇ ਨੇ ਪਤਤਾਂ ਨੂੰ ਪਾਵਨ ਕਰਨ ਵਾਲੇ ਨਹੀਂ ਸੀ ਕਹਿਣਾ। ਉਪਦੇਸ਼ ਕੀ ਹੈ ਕਿ ਪ੍ਰਮਾਤਮਾ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਦੇ ਸਮਰੱਥ ਹੈ। परमात्मा के नाम विच ऐसी तासीर है, ऐसी अकसीर है बई भावें किड्डा वड्डा पापी होवे, थोड़ा जिहा नाम उन्हूं पावन कर दिंदा है। लकड़ां दा ढेर अशमान नूं छूंदा होवे ते इन्ने कोले नहीं लियाउणे पैंदे। माचिस जेब चों कढ के एक सलाई रगड़ के उन्हूं रख दईए उत्ते ते सारियां लकड़ां नूं भस्म कर दिंदी। 8 दिन ਦੇ ਕੱਪੜੇ ਮੈਲੇ ਹੋਣ ਤੇ 8 ਦਿਨ ਵਾਸ਼ਿੰਗ ਮਸ਼ੀਨ 'ਚ ਨਹੀਂ ਪਾਣੇ ਪੈਂਦੇ। ਅੱਧਾ ਪੌਣਾ ਘੰਟਾ ਪਾ ਦਈਏ ਤੇ 8 ਦਿਨਾਂ ਦੀ ਮੈਲ ਦੂਰ ਕਰ ਦਿੰਦੀ ਹੈ। 20 ਸਾਲਾਂ ਤੋਂ ਭਵਨ ਬੰਦ ਹੋਵੇ, ਖਿੜਕੀਆਂ ਦਰਵਾਜ਼ੇ ਲੱਗੇ, ਪਰਦੇ ਲੱਗੇ, ਹਨੇਰਾ ਹੋਇਆ ਹੋਵੇ, 20 ਸਾਲ ਬਾਅਦ ਦਰਵਾਜ਼ਾ ਖੋਲ ਕੇ ਸਵਿਚ ਔਨ ਕਰੀਏ ਤੇ ਹਨੇਰੇ ਨੂੰ 20 ਸਾਲ ਬਾਹਰ ਨਿਕਲਣ ਨੂੰ ਨਹੀਂ ਲੱਗਦੇ, ਨਾਲ ਦੀ ਨਾਲ ਹੀ ਨਿਕਲ ਜਾਂਦਾ। ਇਸ ਵਾਸਤੇ हजूर अमृत बाणी फरमान करते हैं, कहते हैं भोरी दित्ती पा, थोड़ी जी अग दईए तो फिर भावें वो लकड़ां दे किड्डे वड्डे ढेर ने उन्होंने पलक चलक विच भस्म विच रूपांतरित कर देंदी। अग विच इन्नी शक्ति है। इस तरह नाम पापां नूं साड़ के भस्म कर दिंदा है और मनुख नूं मुखलस कर दिंदा है। भाई साहब भाई गुरदास जी एक थां ते इस भाव दा बचन करते हैं, कहते हैं भगत वत्सल सोण होत हो निराश हृदय। ध्यान बख्शिया जी, कहते हे परमात्मा, जदों मैनू पता लगता ना तुसी भगत वत्सल हो, भगत ते वत्सल 2 अखरां दी संधि की गई है। भगतां नू प्यार करन वाला, वत्सल शब्द जिथों आया उत्थे दा उच्चारण है वत्सल, भगती नू प्यार करन वाला, भगतां नू प्यार करन वाला। भाई साहब भाई गुरदास जी कहते भी जदों मैनू पता लगता है, मैं सुनना वा पढ़ना वा विद्वानां कोलों, वो कहते ने परमात्मा भगती करन वालियां नू प्यार करदा है, मैं निराश हो जाना। कहन लगे क्यों? आखन लगे क्योंकि मैं तो भगती करदा नहीं। परमात्मा भगती करन वालियां नू प्यार करदा है ना, तो मैं तो भगती करदा नहीं, इसलिए मैं उदास हो जाना भी मैं तो उहदे प्यार तो वांझा रह जाऊंगा। भगत वत्सल सुण होत हो निराश हृदय, पर कह लगे पतित पावन सुन आसा उरधार हो। जदों मैं पढ़ना नहीं, वो कला पतत पावन, वो कला भगत वत्सल नहीं, वो पतत पावन भी है। मेरे अंदर भी आस की किरण जागदी है, वो पततां नूं पावन करदा है। मैं भी पत्तां वाली कतार विच खड़ा वां, मैनू भी पावन करेगा। पतत पावन सुन आसा उरधार हो, मेरे अंदर आस की किरण जाग पैंदी है, क्योंकि परमात्मा पतित पावन भी है। भगत रविदास साहब महाराज श्री राग दे इस शब्द दियां रहाव वालियां पंक्तियां च बड़े प्यार नाल, बड़े लाड नाल अपने महबूब अकाल पुरख नूं कहंदे ने, हे अकाल पुरख वैगुरु, जो पै हम ना पाप करंता अहे अनंता, अहे अनंता अकाल पुरख, पतित पावन नाम कैसे हुंदा। तैनूं किन्ने पतित पावन कहना सी। आरंभक पंक्ति च भी बड़े प्यार नाल, बड़े लाड नाल परमात्मा तो ही मोही मोही तो ही अंतर कैसा। हे वैगुरु, तेरे विच ते मेरे विच, मेरे विच ते तेरे विच कैसा फर्क है, कैसा अंतर है। फिर आप ही कहते ने कनक कटक
जल तरंग जैसा। साडे घर कोई सोने का बिस्कुट पिया है, उन्होंने एक पास्यों भोर के ते असी सुनियारे को लै जाइए बई ਇਹਦਾ कड़ा बना दे। वो कड़ा असी अपने हत्थ च पा लईए। हुण उस कड़े विच ते उस सोने दे बिस्कुट विच, सोने दी डली विच की फर्क है? कोई फर्क नहीं। डेफिनेशन परिभाषा दोवां दी एक है। सोने दी डली दी भी वही परिभाषा है, सोने दे कड़े दे भी वही परिभाषा है। सिर्फ इतना फर्क है बई उस सोने दे कड़े ने अपने आप नूं उस डली नालों, उस बिस्कुट नालों अलग कर लिया। साडा जीवां दा भी यही हाल है भी पापां कारण असी फिर परमात्मा तो विथ बना लैने आ, अपनी होंद नूं वखरा समझण लग पैंदे आ। वरना कहो कबीर ए राम की अंश, सब मैं जोत जोत है सोए, अते तिस दै चानण सब मैं चानण होए। फर्क कोई नहीं गा। फर्क का कारण असी आप खुद हाँ। पांभीरी के पात पार दो बिन पेखै दुरायो। तुसी कदी प्याज दे उपरों प्याज दी झिल्ली नूं उतार के देखो, बिल्कुल पारदर्शक जी झिल्ली और बिल्कुल ही बारीक ना वर्गी। ते बगीचियां दे विच फुल्लां दे उत्ते एक तितली मंडरांदी होई तुसी देखदे हो, ਉਹਦੇ ਜਿਹੜੇ खंभ ਹੁੰਦੇ ना ਉੱਡਣ वाले खंभ बिल्कुल पारदर्शक, अत्यंत बरीक, अत्यंत बरीक। महाराज उस तितली दे खंभां दी उदाहरण दे के कहंदे ने बंदिया तेरे विच ते रब विच उस तितली दे खंभां वर्गा एक पड़दा है, भाव ना बराबर पड़दा है, और तू आप क्रिएट कीता, आप बनाया। भगत रविदास साहब महाराज कहंदे ने परमात्मा तो ही मोही, मोही तो ही अंतर कैसा। तेरे विच ते मेरे विच, मेरे विच ते तेरे विच फर्क की हो जाए। फिर उदाहरण पता की देंदे, कनक कटक जल तरंग जैसा। सोना ते सोने दा कड़ा, पानी ते पानी दी लहर। इन थोड़ा जिहा समझ लो, पानी दी लहर क्यों बनती है? हवा दे दोष कारण लहर बनी है, बिनस गई है। कोई साइंसदान किसी लेक, किसी झील के किनारे ते खड़ा होवे, उन्होंने पूछिए भी साइंसदान जी ये पहला लहर बनी है फिर बिनस गई है, बनी क्यों है तो बिनसी क्यों है? वो कहता हवा दे प्रैशर कारण ये लहर बनी। और हवा का प्रैशर हट जाए तो लहर थले डिग पैंदी। लहर गिठ भी हो सकती है, लहर मीटर भी हो सकती है, मैनू खिमा करना, लहर 20 मीटर भी हो सकती है, 50 मीटर भी हो सकती है। पूर्णमाशी वाले दिन तुसी किते किसी समंदर के किनारे ते खड़े होके देखो, जिहड़ा बंदा पहली बार खड़ा होया डैल भी सकदा। ऐसियां वड्डियां वड्डियां लहरां हुंदियां ने, पर हुंदी हवा दे दोष कारण ने। हवा दबाव हट गया, लहर डिग पई। हवा फूक, गुरबाणी विच फूक शब्द की वरतों की गई है, तुसी हैरान होवोगे। महाराज एक थां ते फरमान करते ने ते कहंदे ने सब को भरिया फूक। फफे नूं थले 2 नुकते ते कक्का फूक इदां लिखिया। हरेक बंदा फूक नाल भरिया पिया। जिवें असी ब्लैडर लैके पंप नाल हवा भर दईए ना, जां किसी ट्यूब विच भर दी तो फुੱਲ जाती है। इस तरह हंकार रूपी फूक नाल हरेक बंदा भरिया पिया, कोई विरला ही इहदे तो बचिया। किसी कोल स्थूल हंकार है, किसी कोल सूक्ष्म हंकार है करीब करीब सारे ही असी इस बीमारी के शिकार हाँ। और ये जिहड़ी फूक है, ये जिहड़ी ईगो है, ये जिहड़ा अहंकार है, इस अहंकार दी कारण असी लहर बने हाँ, वरना असी समंदर सां। महाराज अमृत बाणी विच एक थां ते फरमान कर